2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਿੰਘ ਸਾਹਿਬ ਮਨਾਇਆ ਸਮੁੱਚੀ ਕੌਮ ਨੇ, ਤਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਰਿਹਾ ਕੀਤੇ ਜਾਣਗੇ। ਤਾਂ ਹੁਣ 2022 ਜਿਹੜਾ ਹੈਗਾ ਉਹਦਾ ਵੀ ਦੂਜਾ ਮਹੀਨਾ ਚੱਲ ਰਿਹਾ, ਤਾਂ ਉਹ ਜਿਹੜਾ ਉਸ ਤੋਂ ਬਾਅਦ ਕੋਈ ਪ੍ਰੋਸੈਸ ਨਾ ਹੋਣਾ ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹ ਸਰਕਾਰਾਂ ਤਾਂ ਕੁੰਭ ਕਰਨ ਦੀ ਨੀਂਦ ਸੌਂ ਹੀ ਜਾਂਦੀਆਂ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਜਾਣਬੁੱਝ ਕੇ ਸੌਣ ਦੀ ਆਦਤ ਹੈ। ਪਰ ਜਿਹੜੇ ਸਾਡੇ ਐਮਪੀ ਹੈ, ਸਾਡੇ ਰਾਜ ਸਭਾ ਲੋਕ ਸਭਾ ਮੈਂਬਰ ਹੈ, ਉਹ ਕਿੱਥੇ ਗਏ? ਉਹ ਕਿਉਂ ਨਹੀਂ ਗੱਲ ਕਰਦੇ, ਕਿਉਂ ਨਹੀਂ ਜਗਾਉਂਦੇ? ਉਹ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਆਵਾਜ਼ ਉਠਾਉਂਦੇ? ਦੁਨੀਆ ਦੇ ਵਿੱਚ ਜਾਂ ਹਿੰਦੁਸਤਾਨ ਦੇ ਕਿਸੇ ਪ੍ਰਾਂਤ ਵਿੱਚ ਕੋਈ ਗੈਰ ਸਿੱਖ ਵੀ ਹੈ ਜਿਹੜਾ 26-28 ਸਾਲ ਦਾ ਜੇਲ੍ਹ 'ਚ ਬੈਠਾ ਹੋਵੇ? ਇਹ ਸਿੱਖ ਹੀ ਕਿਉਂ ਬੈਠੇ ਆ? ਗੈਰ ਸਿੱਖ ਸਰਕਾਰਾਂ ਨੇ ਉਹਨਾਂ ਵਿੱਚੋਂ ਕੁਝ ਇਹੋ ਜਿਹੇ ਮਤਸਬੀ ਲੋਕ ਹੈ ਜਿਹੜੇ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਆ। ਹੁਣ ਕੇਜਰੀਵਾਲ ਨੂੰ ਕੀ ਅਧਿਕਾਰ ਸੀ ਕਿ ਜਿਹੜੀ ਫਾਈਲ ਸੈਂਟਰ ਨੇ ਭੇਜਤੀ ਤੇ ਉਹਦੇ ਤੇ ਸਾਈਨ ਨਾ ਕਰਦਾ, ਉਹਨੂੰ ਰਿਜੈਕਟ ਕਰ ਦਿੰਦਾ। ਅੱਜ ਤੱਕ ਰਿਜੈਕਟ ਕਰਕੇ 5 ਸਾਲ ਦਾ ਉਹ ਆਪਣੀ ਸੀਟ ਥੱਲੇ ਰੱਖੀ ਬੈਠਾ। ਵੋਟਾਂ ਨੇੜੇ ਆ, ਕੋਈ ਕਿਸੇ ਧਰਮ ਨਾਲ ਜੁੜੇ ਲੋਕ, ਕਿਸੇ ਭਾਈਚਾਰੇ ਨਾਲ ਜੁੜੇ ਲੋਕ, ਕੋਈ ਕਹਿੰਦਾ ਵੀ ਸਾਨੂੰ ਧਰਮਸ਼ਾਲਾ ਚਾਹੀਦੀ ਹੈ, ਕੋਈ ਕਹਿੰਦਾ ਮੁਫਤ ਸਕੂਟਰੀ ਚਾਹੀਦੀ ਹੈ, ਕੋਈ ਕਹਿੰਦਾ ਸਾਨੂੰ ਦਾਰੂ ਚਾਹੀਦੀ, ਕੋਈ ਕਹਿੰਦਾ ਵੀ ਭੁੱਕੀ ਦੀ ਜਿਹੜੀ ਖੇਤੀ ਹੈਗੀ ਹੈ ਪੰਜਾਬ 'ਚੋਂ ਜਾਰੀ ਕੀਤੀ ਜਾਵੇ, ਕੋਈ ਕਹਿੰਦਾ ਵੀ ਸਾਨੂੰ ਨੌਕਰੀਆਂ ਚਾਹੀਦੀਆਂ, ਕੋਈ ਕਹਿੰਦਾ ਵੀ ਸਾਨੂੰ ਜਿਹੜਾ ਮੁਫਤ 'ਚ ਪਲਾਟ ਚਾਹੀਦੇ ਆ। ਕਿਉਂ ਕਿਸਾਨ ਖੁਦਕਸ਼ੀਆਂ ਕਰ ਰਹੇ ਆ? ਇਹਦੇ ਵੱਲ ਕੋਈ ਕਹਿੰਦਾ ਵੀ ਸਾਡੀ ਸਰਕਾਰ ਆਊਗੀ ਤਾਂ ਕੋਈ ਖੁਦਕਸ਼ੀ ਨਹੀਂ ਕਰੂਗਾ, ਅਸੀਂ ਪੰਜਾਬ ਦਾ ਕਰਜ਼ਾ ਲਾ ਦੇਵਾਂਗੇ? ਜਾਣਬੁੱਝ ਕੇ ਸਾਨੂੰ ਬਲੈਕਮੇਲ ਕਰਦੇ ਆ ਕਿ 2000 ਰੁਪਈਆ ਦੇਵਾਂਗੇ, 1000 ਰੁਪਈਆ ਦੇ ਦੇਵਾਂਗੇ। ਸਾਡੀ ਆਤਮਾ ਨੂੰ ਝੰਜੋੜ ਕੇ ਆਪਣੇ ਵੱਲ ਕਰਨਾ ਚਾਹੁੰਦੇ ਆ, ਲਾਲਚ ਦੇ ਕੇ। ਪੰਜਾਬੀ ਲੋਕ ਮਿਹਨਤੀ ਲੋਕ ਆ, ਇਹ ਸਾਡੇ ਤੇ ਕਰਜ਼ਾ ਚੜ੍ਹਨ ਦਾ ਮਤਲਬ ਕੀ ਹੈ? ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਅੰਤਮ ਅਰਦਾਸ 'ਚ ਪੁੱਜੇ। ਸਾਡੇ ਨਾਲ ਇੱਥੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ, 26 ਸਾਲਾਂ ਬਾਅਦ ਜਿੰਦਾ ਸ਼ਹੀਦ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਭਾਈ ਰਾਜੋਆਣਾ ਸਾਹਿਬ ਨੂੰ 1 ਘੰਟੇ ਦੀ ਪੈਰੋਲ ਮਿਲੀ ਹੈ, ਕੀ ਕਹਿਣਾ ਚਾਹੁੰਦੇ? ਦੇਖੋ, ਇੰਨੇ ਲੰਮੇ ਸਮੇਂ ਬਾਅਦ ਭਾਈ ਸਾਹਿਬ ਨੇ ਅੱਜ ਜੇਲ੍ਹ ਦੀਆਂ ਦਲੀਜਾਂ ਤੋਂ ਬਾਹਰ ਕਦਮ ਰੱਖਿਆ ਤੇ ਸੰਗਤਾਂ ਬੜੀ ਬੇਸਬਰੀ ਦੇ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਸੀ। ਤੇ ਉਹ ਵੀ ਸੋਚ ਰਿਹਾ ਸੀ ਵੀ ਕਦੋਂ ਮੈਂ ਜਾ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਾਂ, ਕਦੋਂ ਸੰਗਤਾਂ ਜਾ ਕੇ ਮੈਂ ਅਰਦਾਸ ਵਿੱਚ ਸ਼ਾਮਲ ਹੋਵਾਂ, ਸੰਗਤਾਂ ਦੇ ਦਰਸ਼ਨ ਦੀਦਾਰ ਕਰ ਸਕਾਂ, ਵਿਚਾਰ ਕਰ ਸਕਾਂ। ਇੰਨੇ ਥੋੜ੍ਹੇ ਸਮੇਂ ਦੇ ਵਿੱਚ ਵੀ ਸੰਗਤਾਂ ਨੇ ਸਕੂਨ ਮਹਿਸੂਸ ਕੀਤਾ, ਰਾਜੋਆਣਾ ਨੇ ਵੀ ਸਕੂਨ ਮਹਿਸੂਸ ਕੀਤਾ। ਪਰ ਇੰਨੇ ਲੰਮੇ ਸਮੇਂ ਦੀਆਂ ਜਿਹੜੀਆਂ ਘਲਨਾਵਾਂ ਨੇ, ਮੁਸ਼ਕਲਾਂ ਨੇ, ਇਹ ਕੋਈ ਕਾਨੂੰਨ ਕਹਿੰਦਾ ਵੀ ਤੁਸੀਂ 26-26, 28-28 ਸਾਲ ਜੇਲ੍ਹ 'ਚ ਹੀ ਰੱਖ ਛੱਡੋ? ਇਹਨਾਂ ਨੂੰ ਤੁਰੰਤ, ਸਾਡੇ 15-20 ਸਿੰਘ ਜ਼ਿਆਦਾ ਨਹੀਂ ਹੈਗੇ, ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ, ਵੱਖ-ਵੱਖ ਤੌਰ 'ਤੇ ਅਸੀਂ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਵੀ ਬੇਨਤੀ ਕਰਦੇ ਰਹਿੰਦੇ ਹਾਂ ਵੀ ਕੀ ਕਾਰਨ ਹੈ ਦੁਨੀਆ ਦੇ ਵਿੱਚ ਜਾਂ ਹਿੰਦੁਸਤਾਨ ਦੇ ਕਿਸੇ ਪ੍ਰਾਂਤ ਵਿੱਚ ਕੋਈ ਗੈਰ ਸਿੱਖ ਵੀ ਹੈ ਜਿਹੜਾ 26-28 ਸਾਲ ਦਾ ਜੇਲ੍ਹ 'ਚ ਬੈਠਾ ਹੋਵੇ? ਇਹ ਸਿੱਖ ਹੀ ਕਿਉਂ ਬੈਠੇ ਆ? ਇਹ ਸਾਡੀਆਂ ਭਾਵਨਾਵਾਂ ਦੇ ਖਿਲਵਾੜ ਹੋ ਰਿਹਾ ਹੈ। ਇਸ ਕਰਕੇ ਅਸੀਂ ਅੱਜ ਵੀ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਤੁਰੰਤ ਰਿਹਾ ਕਰਨਾ ਚਾਹੀਦਾ। ਜਿਵੇਂ ਜੇ ਕੇਂਦਰ ਸਰਕਾਰ ਕੋਈ ਚਿੱਠੀ ਸਟੇਟ ਨੂੰ ਭੇਜਦੀ ਆ ਤੇ ਉਹ ਕੇਜਰੀਵਾਲ ਵਰਗੇ ਨੇ ਭਾਈ ਦਵਿੰਦਰਪਾਲ ਭੁੱਲਰ ਦੀ ਫਾਈਲ ਰੋਕੀ ਹੋਈ ਹੈ, ਉਹਨੂੰ ਰਿਜੈਕਟ ਕਰਤਾ। ਇਹ ਕਿੱਥੇ ਜਿਹੜੀਆਂ ਗੈਰ ਸਿੱਖ ਸਰਕਾਰਾਂ ਨੇ ਉਹਨਾਂ ਵਿੱਚੋਂ ਕੁਝ ਇਹੋ ਜਿਹੇ ਮਤਸਬੀ ਲੋਕ ਹੈ ਜਿਹੜੇ ਸਿੱਖਾਂ ਦੇ ਨਾਲ ਨਫ਼ਰਤ ਕਰਦੇ ਆ। ਹੁਣ ਕੇਜਰੀਵਾਲ ਨੂੰ ਕੀ ਅਧਿਕਾਰ ਸੀ ਕਿ ਜਿਹੜੀ ਫਾਈਲ ਸੈਂਟਰ ਨੇ ਭੇਜਤੀ ਤੇ ਉਹਦੇ ਤੇ ਸਾਈਨ ਨਾ ਕਰਦਾ, ਉਹਨੂੰ ਰਿਜੈਕਟ ਕਰ ਦਿੰਦਾ। ਅੱਜ ਤੱਕ ਰਿਜੈਕਟ ਕਰਕੇ 5 ਸਾਲ ਦਾ ਉਹ ਆਪਣੀ ਸੀਟ ਥੱਲੇ ਰੱਖੀ ਬੈਠਾ। ਸੋ ਇਸ ਵਾਸਤੇ ਮੈਂ ਚਾਹੁੰਦਾ, ਭਾਵੇਂ ਕੋਈ ਸਟੇਟ ਸਰਕਾਰ ਹੈ, ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ। ਇੱਕ ਸਟਰਗਲ ਦੇ ਵਿੱਚੋਂ, ਇੱਕ ਸਿੱਖ ਸੰਘਰਸ਼ ਦੇ ਵਿੱਚੋਂ ਉੱਠਿਆ ਹੋਇਆ ਵਿਵਾਦ ਸੀ, ਉੱਠਿਆ ਹੋਇਆ ਇੱਕ ਜੋਸ਼ ਸੀ, ਜਿਹਦੇ ਕਰਕੇ ਇਹ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕੇ ਔਰ ਉਹਨਾਂ ਦੇ ਵੱਖ-ਵੱਖ ਕੇਸਾਂ ਦੇ ਵਿੱਚ ਇਹ ਜੇਲ੍ਹਾਂ ਵਿੱਚ ਨੇ। ਪਰ ਇਹ ਕਿਸੇ ਨਾਲ, ਕਿਸੇ ਸਰਕਾਰ ਨਾਲ ਜਾਂ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ। ਉਹਦੀਆਂ ਸਜ਼ਾਵਾਂ ਵੀ ਕੱਟ ਚੁੱਕੇ, ਜਿਹੜੀ ਉਹਨਾਂ ਦੀ ਸਜ਼ਾ ਬਣਦੀ ਸੀ ਉਹ ਕੱਟ ਚੁੱਕੇ ਆ। ਅੱਜ ਕਿਉਂ ਜੇਲ੍ਹਾਂ 'ਚ ਬੈਠੇ ਆ? ਕਿਉਂ ਵੱਖ-ਵੱਖ ਸਟੇਟਾਂ ਨੂੰ ਜੇ ਫਾਈਲ ਜਾਂਦੀ ਤੇ ਕਿਉਂ ਰਿਜੈਕਟ ਕਰ ਦਿੱਤੀ ਜਾਂਦੀ? ਕਿਉਂ ਨਹੀਂ ਕੋਈ ਉਹਦੇ 'ਤੇ ਐਕਸ਼ਨ ਲੈਂਦਾ? ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹਨਾਂ ਸਾਰਿਆਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ। 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਿੰਘ ਸਾਹਿਬ ਮਨਾਇਆ ਸਮੁੱਚੀ ਕੌਮ ਨੇ, ਤਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਰਿਹਾ ਕੀਤੇ ਜਾਣਗੇ। ਤਾਂ ਹੁਣ 2022 ਜਿਹੜਾ ਹੈਗਾ ਉਹਦਾ ਵੀ ਦੂਜਾ ਮਹੀਨਾ ਚੱਲ ਰਿਹਾ, ਤਾਂ ਕੀ ਜਾਪਦਾ ਭਾਰਤੀ ਸਰਕਾਰ ਨੂੰ ਵੀ ਚਾਹੀਦਾ ਹੈਗਾ ਜਿਹੜਾ ਵਾਅਦਾ ਉਹਨਾਂ ਨੇ ਸਿੱਖਾਂ ਨਾਲ ਕੀਤਾ, ਕਿਉਂਕਿ ਸਿੱਖਾਂ ਨੇ ਵੀ ਉਦੋਂ ਧੰਨਵਾਦ ਕੀਤਾ ਸੀ ਵੀ ਸ਼ੁਕਰ ਹੈ ਜਿਹੜਾ ਇੱਕ ਅਜਿਹੀ ਸਰਕਾਰ ਨੇ ਐਲਾਨ ਕੀਤਾ 550 ਸਾਲਾ ਦਿਹਾੜੇ 'ਤੇ ਹੀ ਕੀਤਾ, ਨਾਲੇ ਲਾਂਘਾ ਖੁੱਲ੍ਹਣ ਦਾ ਕੀਤਾ, ਤਾਂ ਉਹ ਜਿਹੜਾ ਉਸ ਤੋਂ ਬਾਅਦ ਕੋਈ ਪ੍ਰੋਸੈਸ ਨਾ ਹੋਣਾ ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਮੈਂ ਸਮਝਦਾ ਕਿ ਸਰਕਾਰਾਂ ਤਾਂ ਕੁੰਭ ਕਰਨ ਦੀ ਨੀਂਦ ਸੌਂ ਹੀ ਜਾਂਦੀਆਂ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਜਾਣਬੁੱਝ ਕੇ ਸੌਣ ਦੀ ਆਦਤ ਹੈ।
ਪਰ ਜਿਹੜੇ ਸਾਡੇ ਐਮਪੀ ਹੈ, ਸਾਡੇ ਰਾਜ ਸਭਾ ਲੋਕ ਸਭਾ ਮੈਂਬਰ ਹੈ, ਉਹ ਕਿੱਥੇ ਗਏ? ਉਹ ਕਿਉਂ ਨਹੀਂ ਗੱਲ ਕਰਦੇ, ਕਿਉਂ ਨਹੀਂ ਜਗਾਉਂਦੇ? ਉਹ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਆਵਾਜ਼ ਉਠਾਉਂਦੇ? ਦੇਖੋ ਸਾਡੇ ਸਾਹਮਣੇ ਕਿਸਾਨੀ ਅੰਦੋਲਨ ਹੈ, ਕਿਸਾਨੀ ਅੰਦੋਲਨ ਦੀ ਆਵਾਜ਼ ਪਾਰਲੀਮੈਂਟ 'ਚ ਉੱਠੀ, ਦੁਨੀਆ 'ਚ ਆਵਾਜ਼ ਗਈ, ਹਿੰਦੁਸਤਾਨ ਸਾਰਾ ਜਾਗਿਆ ਤੇ ਉਹਦਾ ਇੰਨਾ ਬਲ ਮਿਲਿਆ ਕਿ ਇਸੇ ਨਰਿੰਦਰ ਮੋਦੀ ਨੂੰ ਝੁਕਣਾ ਪਿਆ। ਤੇ ਕੀ ਜੇ ਰਾਜ ਸਭਾ ਲੋਕ ਸਭਾ ਵਿੱਚ ਆਵਾਜ਼ ਉੱਠੇ ਵੀ ਸਾਡੇ 25-30 ਸਿੰਘ ਜਿਹੜੇ ਆ ਉਹ 30-30 ਸਾਲਾਂ ਨੂੰ ਨੇੜੇ ਪੁੱਜਣ ਵਾਲੇ, ਉਹਨਾਂ ਦੀਆਂ ਸਜ਼ਾਵਾਂ ਕੱਟਣ ਵਾਲੇ ਕਿਉਂ ਨਹੀਂ ਛੱਡੇ ਜਾ ਰਹੇ? ਉਹ ਸਾਰੇ ਐਮਪੀਆਂ ਨੂੰ ਪਤਾ ਲੱਗੇ, ਦੂਜੀਆਂ ਸਟੇਟਾਂ ਨੂੰ ਵੀ ਸਾਡੇ ਨਾਲ ਧੱਕਾ ਹੋ ਰਿਹਾ, ਇਹ ਉੱਥੇ ਜਾ ਕੇ ਇਹਨਾਂ ਦੇ ਆਪਣੇ ਮਫਾਦ ਹੀ ਪੂਰੇ ਨਹੀਂ ਹੁੰਦੇ। ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਸਰਕਾਰ ਦੋਸ਼ੀ ਹੈ ਉੱਥੇ ਸਾਡੇ ਜਿਹੜੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਆ, ਪੰਜਾਬ 'ਚੋਂ ਜਿਹੜੇ ਜਾਂਦੇ ਆ, ਉਹ ਵੀ ਦੋਸ਼ੀ ਆ ਜੇ ਉਹ ਆਵਾਜ਼ ਨਹੀਂ ਉਠਾਉਂਦੇ ਤਾਂ। ਸਿੰਘ ਸਾਹਿਬ ਜੀ, ਵੋਟਾਂ ਨੇੜੇ ਆ, ਕੋਈ ਕਿਸੇ ਧਰਮ ਨਾਲ ਜੁੜੇ ਲੋਕ, ਕਿਸੇ ਭਾਈਚਾਰੇ ਨਾਲ ਜੁੜੇ ਲੋਕ, ਕੋਈ ਕਹਿੰਦਾ ਵੀ ਸਾਨੂੰ ਧਰਮਸ਼ਾਲਾ ਚਾਹੀਦੀ ਹੈ, ਕੋਈ ਕਹਿੰਦਾ ਮੁਫਤ ਸਕੂਟਰੀ ਚਾਹੀਦੀ ਹੈ, ਕੋਈ ਕਹਿੰਦਾ ਸਾਨੂੰ ਦਾਰੂ ਚਾਹੀਦੀ, ਕੋਈ ਕਹਿੰਦਾ ਵੀ ਭੁੱਕੀ ਦੀ ਜਿਹੜੀ ਖੇਤੀ ਹੈਗੀ ਹੈ ਪੰਜਾਬ 'ਚੋਂ ਜਾਰੀ ਕੀਤੀ ਜਾਵੇ, ਕੋਈ ਕਹਿੰਦਾ ਵੀ ਸਾਨੂੰ ਨੌਕਰੀਆਂ ਚਾਹੀਦੀਆਂ, ਕੋਈ ਕਹਿੰਦਾ ਵੀ ਸਾਨੂੰ ਜਿਹੜਾ ਮੁਫਤ 'ਚ ਪਲਾਟ ਚਾਹੀਦੇ ਆ। ਤਾਂ ਸਿੱਖ ਜਿਹੜੇ ਆ ਮੰਗ ਤੇ ਕਰ ਰਹੇ ਆ ਵੀ ਸਾਡੇ ਪੁੱਤ ਰਿਹਾ ਕੀਤੇ ਜਾਣ, ਪਰ ਜਿੱਡੀ ਵੱਡੀ ਸਿੱਖਾਂ ਦੇ ਵਿੱਚ ਏਕਤਾ ਹੈਗੀ ਆ ਜਾਂ ਹੋਣੀ ਚਾਹੀਦੀ, ਜਾਂ ਕਿਸੇ ਵਕਤ ਹੋਈ ਸੀ ਜਦੋਂ ਹਕੂਮਤਾਂ ਨੂੰ ਝੁਕਾਉਂਦੇ ਰਹੇ ਆ, ਉਹ ਸਾਨੂੰ ਏਕਤਾ ਨਹੀਂ ਨਜ਼ਰ ਆ ਰਹੀ। ਤਾਂ ਉਹ 'ਚ ਖਾਮੀ ਕਿੱਥੇ ਆ? ਆਗੂਆਂ 'ਚ ਹੈਗੀ ਆ ਜਾਂ ਸਿੱਖਾਂ 'ਚ ਹੈਗੀ ਆ? ਸਿੱਖ ਵੰਡੇ ਹੋਏ ਆ। ਦੇਖੋ ਇਹਦੇ ਵਿੱਚ ਜਦੋਂ ਵੀ ਸਿੱਖਾਂ ਦੇ ਵਿੱਚ ਖਿਲਾਫ ਪੈਦਾ ਹੋਇਆ ਨਾ, ਤੇ ਸਾਡੀਆਂ ਸੰਸਥਾਵਾਂ ਬੜੀਆਂ ਮਜ਼ਬੂਤ ਹੈ। ਗੁਰੂ ਸਾਹਿਬ ਨੇ ਸਿਸਟਮ ਜਿਹੜਾ ਬਣਾਇਆ ਉਹ ਬੜਾ ਤਕੜਾ ਬਣਾਇਆ। ਇੱਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਬੜੀ ਅਹਿਮ ਭੂਮਿਕਾ ਹੁੰਦੀ ਆ। ਬੇਸ਼ੱਕ ਕੁਝ ਲੋਕ ਵਿਰੋਧ ਵੀ ਕਰਦੇ ਹੁੰਦੇ ਜਦੋਂ ਅਕਾਲ ਤਖ਼ਤ ਸਾਹਿਬ ਇਹੋ ਜਿਹਾ ਕੋਈ ਫੈਸਲਾ ਦੇਵੇ ਜਾਂ ਇਹੋ ਜਿਹਾ ਕੋਈ ਨਿਰਣਾ ਲੈ ਲਵੇ ਵੀ ਆਹ ਮੈਂ ਕੰਮ ਕਰਨਾ ਹੈ, ਪਰ ਅਖੀਰ ਵਿੱਚ ਉਹਨੂੰ ਸਫਲਤਾ ਮਿਲਦੀ ਹੈ। ਕਿਉਂਕਿ ਵੱਡੀ ਪੱਧਰ ਤੇ ਜੇ ਇਹ ਕਹਿ ਰਹੀਏ ਕਿ 80% ਲੋਕਾਂ ਦੀ ਆਸਥਾ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਹੁੰਦੀ ਹੈ, ਭਾਵੇਂ 20% ਵਿਰੋਧ ਵੀ ਕਰਨ, ਪਰ ਜੇ ਹੰਬਲਾ ਹੀ ਨਾ ਮਾਰਨਾ, ਚੁੱਪ ਹੀ ਕਰ ਜਾਣਾ, ਇਹ ਇੱਕ ਕਾਰਨ ਹੈ ਕਿ ਸਿੱਖਾਂ ਦੀਆਂ ਜਿਹੜੀਆਂ ਦੂਰੀਆਂ ਵੱਧਦੀਆਂ ਜਾਂਦੀਆਂ ਘਟਣ ਦੀ ਥਾਂ ਤੇ ਇਹ ਇੱਕ ਕਾਰਨ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਵੱਖ-ਵੱਖ ਮੰਗਾਂ ਨੇ, ਕੋਈ ਪਲਾਟ ਮੰਗਦਾ ਹੈ, ਕੋਈ ਭੁੱਕੀ ਮੰਗਦਾ, ਕੋਈ ਸ਼ਰਾਬ ਮੰਗਦਾ, ਕੋਈ ਕੁਛ ਮੰਗਦਾ। ਦੇਖੋ ਇਹ ਤੇ ਆਦਤ ਹੈ ਲੋਕਾਂ ਦੀ। ਅਸੀਂ ਸੋਚਦੇ ਹਾਂ ਕਿ ਜਿਹੜਾ 3 ਲੱਖ ਕਰੋੜ ਕਰਜ਼ਾ ਹੈ ਪੰਜਾਬ ਤੇ, ਇਹ ਕਿਉਂ ਚੜ੍ਹ ਗਿਆ? ਜੇ ਅਸੀਂ ਉਹੀ ਕਹਿਣਾ ਤੁਹਾਨੂੰ ਬਿਜਲੀ ਵੀ ਮੁਫਤ, ਤੁਹਾਨੂੰ ਆਟਾ ਦਾਲ ਵੀ ਮੁਫਤ, ਤੁਹਾਨੂੰ ਘਿਓ ਵੀ ਮੁਫਤ, ਤੇ ਜੇ ਇੱਕ ਘਰ ਦਾ ਬਾਪ ਇਹ ਗੱਲ ਕਵੇ ਕਿ ਪੁੱਤ ਤੂੰ ਛੱਡ ਦੇ ਸਾਈਕਲ, ਤੈਨੂੰ ਮੈਂ ਮੋਟਰਸਾਈਕਲ ਛੱਡ ਦੇ, ਤੈਨੂੰ ਕਾਰ ਲੈ ਕੇ ਦੇਣਾ, ਤੇ ਕਰਜ਼ਾ ਲੈ ਕੇ ਦੇਈ ਜਾਵੇ, ਕਿੰਨਾ ਕੁ ਚਿਰ ਚੱਲੂਗਾ? ਅਕਸਰ ਉਹਦੀ ਜਿਹੜੀ ਹੈ ਉਹ ਦਿਵਾਲੀਆਪਨ ਸਾਹਮਣੇ ਆ ਜਾਊਗਾ। ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਇਹੋ ਜਿਹੀ ਲੀਡਰਸ਼ਿਪ ਚਾਹੀਦੀ ਹੈ, ਇਹੋ ਜਿਹੀ ਸੋਚ ਪੈਦਾ ਕਰਨੀ ਚਾਹੀਦੀ ਹੈ। 3 ਲੱਖ ਕਰੋੜ ਜਿਹੜਾ ਪੰਜਾਬ ਤੇ ਕਰਜ਼ਾ ਹੈ, ਕਿਉਂ ਕਿਸਾਨ ਖੁਦਕਸ਼ੀਆਂ ਕਰ ਰਹੇ ਆ? ਇਹਦੇ ਵੱਲ ਕੋਈ ਕਹਿੰਦਾ ਵੀ ਸਾਡੀ ਸਰਕਾਰ ਆਊਗੀ ਤਾਂ ਕੋਈ ਖੁਦਕਸ਼ੀ ਨਹੀਂ ਕਰੂਗਾ, ਅਸੀਂ ਪੰਜਾਬ ਦਾ ਕਰਜ਼ਾ ਲਾ ਦੇਵਾਂਗੇ। ਜਾਣ ਬੁੱਝ ਕੇ ਸਾਨੂੰ ਬਲੈਕਮੇਲ ਕਰਦੇ ਆ ਕਿ 2000 ਰੁਪਈਆ ਦੇਵਾਂਗੇ, 1000 ਰੁਪਈਆ ਦੇ ਦੇਵਾਂਗੇ। ਸਾਡੀ ਆਤਮਾ ਨੂੰ ਝੰਜੋੜ ਕੇ ਆਪਣੇ ਵੱਲ ਕਰਨਾ ਚਾਹੁੰਦੇ ਆ, ਲਾਲਚ ਦੇ ਕੇ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਲੰਮੀ ਸੋਚ ਰੱਖ ਕੇ ਚੱਲੀਏ। ਪੰਜਾਬ ਇੱਕ ਸੋਨੇ ਦੀ ਚਿੜੀ ਸੀ, ਪੰਜਾਬੀ ਲੋਕ ਮਿਹਨਤੀ ਲੋਕ ਹੈ, ਇੱਕ ਸਾਡੇ ਤੇ ਕਰਜ਼ਾ ਚੜ੍ਹਨ ਦਾ ਮਤਲਬ ਕੀ ਹੈ? ਜੀ ਸਿੰਘ ਸਾਹਿਬ, 1966 'ਚ ਪੰਜਾਬ ਦੀ ਸਥਾਪਨਾ ਹੁੰਦੀ ਹੈ, ਔਰ ਮਹਿਜ ਜਿਹੜਾ ਹੈਗਾ 60 ਸਾਲਾਂ 65 ਸਾਲਾਂ ਦੇ ਵਿੱਚ, 70 ਸਾਲਾਂ ਦੇ ਵਿੱਚ ਹੀ ਜਿਹੜਾ 3 ਲੱਖ ਕਰੋੜ ਤੋਂ ਟੱਪ ਗਿਆ ਕਰਜ਼ਾ। ਤਾਂ ਕਿੰਦੀ ਬਦੌਲਤ? 1984 ਦਾ ਸੰਘਰਸ਼ ਤੁਸੀਂ ਹੱਡੀ ਹੰਡਾਇਆ, 20ਵੀਂ ਸਦੀ ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਅਗਵਾਈ ਕੀਤੀ। ਤੁਹਾਨੂੰ ਜਾਪਦਾ ਵੀ ਜੇ ਕਿਤੇ ਅੱਜ ਵੀ ਆਨੰਦਪੁਰ ਦਾ ਮਤਾ ਜਿਹੜੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਦਾ ਸੀ, ਜਿੱਦਾਂ ਹੁਣ ਜਿਹੜੇ ਰਾਜਾਂ 'ਚ ਕੋਲਾ ਹੁੰਦਾ ਉਹਦਾ ਮੁੱਲ ਉਹ ਤੈਅ ਕਰਦੇ ਆ, ਜਿਹਨਾਂ ਕੋਲ ਪੱਥਰ ਆ ਪੱਥਰ ਦਾ ਮੁੱਲ ਉਹ ਤੈਅ ਕਰਦੇ ਆ, ਪੰਜਾਬ ਦਾ ਪਾਣੀ ਹਰਿਆਣੇ 'ਚੋਂ ਟੱਪ ਕੇ ਦਿੱਲੀ ਜਾਂਦਾ ਤਾਂ ਉਹਦਾ ਮੁੱਲ ਮਿਲ ਨਹੀਂ ਰਿਹਾ। ਤਾਂ ਜੇ ਪਾਣੀ ਦਾ ਹੀ ਮੁੱਲ ਮਿਲ ਜਾਵੇ ਤੇ 3 ਲੱਖ ਕਰੋੜ ਤੇ ਪੰਜਾਬ ਸਾਰੇ ਰਾਜਾਂ ਨੂੰ ਵੰਡ ਦੂਗਾ। ਜੇ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਕੋਈ ਸਿਆਸੀ ਪਾਰਟੀ ਤੁਹਾਨੂੰ ਲੱਗਦੀ ਵੀ ਜਿਹੜੀ ਉਸ ਮਤੇ ਦੀ ਗੱਲ ਕਰਦੀ ਹੋਵੇ, ਕਿਉਂਕਿ ਉਹ ਮਤੇ ਦੇ ਵਿੱਚ ਤਾਂ ਖਾਲਿਸਤਾਨ ਤੇ ਹੈ ਹੀ ਨਹੀਂ ਸੀਗਾ, ਉਹ ਲਿਆ ਕੇ ਹਊਆ ਬਣਾ ਕੇ ਬਦਨਾਮ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਪੁੱਤ ਸ਼ਹੀਦ ਹੋਏ, ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ, ਫਿਰ ਸੰਤਾਂ ਦੇ ਬਚਨ ਸੀ। ਦੇਖੋ ਜੇ ਆਨੰਦਪੁਰ ਦਾ ਮਤਾ ਮੰਨ ਲਿਆ ਜਾਂਦਾ ਨਾ, ਤੇ ਸਾਡੇ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਦੇਸ਼ਾਂ ਵਿੱਚ ਚਲੇ ਜਾਣਾ ਸੀ। ਸਾਨੂੰ ਕੋਈ ਇੱਥੇ GST ਦੀ ਲੋੜ ਨਹੀਂ ਸੀ, ਕੋਈ ਮੰਡੀਆਂ ਵਿੱਚ ਭੱਜਣ ਦੀ ਲੋੜ ਨਹੀਂ ਸੀ, ਸਾਡੀ ਕਣਕ ਮੰਡੀ 'ਚ ਜਾ ਕੇ ਵੇਚਣੀ ਹੈ। ਇੱਥੇ ਬਹੁਤ ਵੱਡੀ ਜਿਹੜੀ ਐਗਰੋ ਇੰਡਸਟਰੀ ਲੱਗ ਜਾਣੀ ਸੀ, ਜਿਹਦਾ ਬਹੁਤ ਸਾਰਾ ਜਿਹੜਾ ਮਾਲ ਹੈ ਉਹ ਸਾਡਾ ਵਾਹਗਾ ਬਾਰਡਰ ਦੇ ਰਾਹੀਂ ਚਾਈਨਾ ਤੱਕ ਜਾਣਾ ਸੀਗਾ, ਪਰ ਉਹ ਆਨੰਦਪੁਰ ਦਾ ਮਤਾ ਹੀ ਦਬਾ ਦਿੱਤਾ ਗਿਆ। ਅੱਜ ਜਿਹੜੀ ਅਸੀਂ ਗੱਲ ਦੀ ਸੋਚੀ ਬੈਠੇ ਆ ਨਾ, ਇਹ ਸਾਨੂੰ 3 ਗੱਲਾਂ ਕਹਿੰਦੇ ਆ ਜੀ। ਸ਼ਰਾਬ 'ਚੋਂ ਸਾਨੂੰ ਪੂਰਾ ਨਫਾ ਹੁੰਦਾ, ਰੇਤਾ 'ਚੋਂ ਹੁੰਦਾ, ਬਜਰੀ 'ਚੋਂ ਹੁੰਦਾ, ਪਾਣੀ 'ਚੋਂ ਸਕਦਾ। ਕੀ ਪੰਜਾਬ ਦੀ ਡਿਵੈਲਪਮੈਂਟ ਜਿਨ੍ਹਾਂ ਸਟੇਟਾਂ ਦੇ ਵਿੱਚ ਤਿੰਨੇ ਚੀਜ਼ਾਂ ਹੈ ਨਹੀਂ, ਉੱਥੇ ਡਿਵੈਲਪਮੈਂਟ ਨਹੀਂ ਹੁੰਦੀ। ਇਹ ਜਿਹੜੀ ਪਾਲਿਸੀ ਬਣਾਉਣੀ ਹੈ, ਪੰਜਾਬ ਦੀ ਡਿਵੈਲਪਮੈਂਟ ਕਿਵੇਂ ਹੋ ਸਕਦੀ, ਇਹਦੀ ਪਾਲਿਸੀ ਬਣਾਉਣੀ 3 ਚੀਜ਼ਾਂ ਤੇ ਬਣਾਵਾਂਗੇ ਅਸੀਂ। ਨਹੀਂ, ਇੱਥੇ ਬਹੁਤ ਕੁਛ ਹੈ। ਇੱਥੇ ਜਿੰਨਾ ਪੰਜਾਬ ਦਾ ਮਾਲੀਆ ਹੈ ਉਹ ਖਾਧਾ ਜਾ ਰਿਹਾ ਹੈ, ਉਹ ਮੰਤਰੀਆਂ ਦੇ ਘਰਾਂ 'ਚ ਜਾਂਦਾ ਹੈ।
ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਜਿਹੜੀ ਸਰਕਾਰ ਆਉਂਦੀ ਦੂਜੇ ਨੂੰ ਕਹਿੰਦੇ ਆ ਜੀ ਇਹਨਾਂ ਨੇ ਖਣਨ ਦੀਆਂ ਖਾਣਾ ਲੈ ਲਈਆਂ, ਇਹਨਾਂ ਰੇਤਾ ਵੇਚਤਾ, ਇੱਥੋਂ ਤੱਕ ਸਾਨੂੰ ਸਾਡੀ ਨਿਗਾਹ ਤੋਂ ਤਾਂ ਜਾਣ ਹੀ ਨਹੀਂ ਦਿੰਦੇ। ਪਰ ਅਫਸੋਸ ਹੈ ਕਿ ਜਿਹੜੇ ਸਾਡੇ ਇਕਨੋਮਿਸਟ ਹੈ ਇਹਨਾਂ ਨੂੰ ਇਹ ਚੀਜ਼ਾਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਵੀ ਕੇਵਲ ਰੇਤਾ ਬਜਰੀ ਨਹੀਂ, ਇਹ ਵੀ ਹੈ, ਪਰ ਇਹ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ। ਬਹੁਤ ਵੱਡੇ ਸਾਡੇ ਜਿਹੜੇ ਹੈਗੇ ਆ ਟੈਕਸ ਉਹ ਇਸ ਢੰਗ ਦੇ ਨਾਲ ਖਾਦੇ ਜਾਂਦੇ ਆ ਜਿਹਦੇ ਜਾਲੀ ਬਿੱਲ ਬਣਾ ਕੇ ਹੀ ਬਹੁਤ ਵੱਡਾ ਟੈਕਸ ਖਾਦਾ ਜਾ ਰਿਹਾ। ਸੋ ਇਸ ਕਰਕੇ ਇੱਕ ਚੀਜ਼ ਨਹੀਂ, ਬਹੁਤ ਸਾਰੀਆਂ ਚੀਜ਼ਾਂ, ਇਹ ਇਕਨੋਮੀ ਦਾ ਮਸਲਾ ਹੈ। ਸਾਨੂੰ ਚੰਗੇ ਕਮਿਊਨਿਸਟ ਲੈ ਕੇ ਉਹਨਾਂ ਦੀ ਰਾਏ ਲੈ ਕੇ ਚੰਗੀ ਡਿਵੈਲਪਮੈਂਟ ਵਾਸਤੇ ਵਧੀਆ ਪਾਲਿਸੀ ਬਣਾਉਣੀ ਚਾਹੀਦੀ ਹੈ, ਤਾਂ ਅਸੀਂ ਪੰਜਾਬ ਦੇ ਲੋਕ ਬਚ ਸਕਾਂਗੇ। ਨਹੀਂ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ ਅਮਰੀਕਾ ਨੂੰ ਚਲੇ ਜਾ ਰਹੇ ਆ, ਕਿਉਂਕਿ ਜਿਹੜਾ ਇੱਥੇ ਕੋਈ ਇਨਵੈਸਟ ਕਰਦਾ ਉਹਦੀ ਰਿਟਰਨ ਨਹੀਂ ਕੋਈ। ਇਸ ਕਰਕੇ ਲੋਕ ਆਪਣਾ ਭਵਿੱਖ ਧੁੰਦਲਾ ਦੇਖਦੇ ਇੱਥੇ ਬਾਹਰ ਨੂੰ ਭੱਜ ਰਹੇ ਨੇ। ਸਿੰਘ ਸਾਹਿਬ ਜੀ, ਪਿਛਲੇ ਦਿਨੀ ਅਕਾਲੀ ਦਲ ਬਾਦਲ ਨੇ ਵੀ ਕਿਹਾ ਵੀ ਖੇਤਰੀ ਪਾਰਟੀ ਦੀ ਲੋੜ ਹੈ। ਬਹੁਤ ਸਾਰੇ ਪੰਜਾਬ ਦੇ ਹਮਾਇਤੀ ਹਤੈਸ਼ੀ ਲੋਕ ਜਿਹੜੇ ਪੰਜਾਬ ਦੇ ਚਿੰਤਕ ਕਹਿੰਦੇ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਆ, ਤਾਂ ਕਿ ਉਹਨੂੰ ਬਿਆਨ ਦੇਣ ਲੱਗਿਆ ਇਹ ਨਾ ਵੇਖਣਾ ਪਵੇ ਵੀ ਮੈਂ ਉੱਥੇ ਆਹ ਗੱਲ ਕਹਿ ਕੇ ਆਇਆ ਸੀਗਾ। ਤਾਂ ਤੁਹਾਨੂੰ ਕਿਹੜੀ ਖੇਤਰੀ ਪਾਰਟੀ ਦੇ ਵਿੱਚੋਂ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ? ਦੇਖੋ, ਜਿਹੜੀ ਖੇਤਰੀ ਪਾਰਟੀ ਹੋ ਰਹੀ ਆ, ਜਿਹੜਾ ਇੱਥੇ 25 ਸਾਲ ਰਾਜ ਕੀਤਾ ਉਹ ਖੇਤਰੀ ਪਾਰਟੀ ਨੇ ਕੀਤਾ, 25 ਸਾਲ ਕੇਂਦਰ ਦੀ ਭਾਈਵਾਲ ਨੇ ਕੀਤਾ। ਤੇ ਜਿਹੜੇ ਬੰਦੇ ਅੱਜ ਇਹ ਕਹਿੰਦੇ ਆ ਕਿ ਸਾਨੂੰ ਖੇਤਰੀ ਪਾਰਟੀ ਚਾਹੀਦੀ ਹੈ, ਤੇ ਇਹਨਾਂ ਦਾ 15 ਸਾਲ ਦਾ ਰਾਜ ਤਾਂ ਭਾਜਪਾ ਦੇ ਨਾਲ ਭਾਈਵਾਲੀ ਨਾਲ ਰਿਹਾ। ਕੀ ਖੇਤਰੀ ਰਹਿ ਗਏ? ਫਿਰ ਖੇਤਰੀ ਤਾਂ ਰਹੇ ਨਾ। ਜਦੋਂ ਤੁਸੀਂ ਆਪਣੇ ਆਕੇ ਮੰਨ ਲਿਆ ਸੈਂਟਰ ਨੂੰ, ਖੇਤਰੀ ਕਿਵੇਂ ਰਹਿ ਗਏ? ਫਿਰ ਖੇਤਰੀ ਜੇ ਮੰਨ ਵੀ ਲਓ ਰਹੇ ਆ ਤੇ ਇਹਨਾਂ ਨੇ ਕੀ ਕੀਤਾ? ਫਿਰ ਇਹਨਾਂ ਦੀ ਡਿਵੈਲਪਮੈਂਟ ਕਿੱਥੇ ਗਈ? ਕਰਜ਼ਾ ਕਿਉਂ ਵਧਿਆ? ਇਹਦਾ ਜਵਾਬ ਦੇਣ। ਇਸ ਕਰਕੇ ਅੱਜ ਜੇ ਦੇਖੋ ਏਡਾ ਵੱਡਾ ਅੰਦੋਲਨ ਕਿਸਾਨਾਂ ਨੇ ਕੀਤਾ ਹੈ, ਤੇ ਲੋਕਾਂ ਨੂੰ ਇੱਕ ਆਸਤਾ, ਇੱਕ ਮੌਕਾ ਕਿਸਾਨਾਂ ਦੇ ਇਸ ਜਿਹੜਾ ਹੈਗਾ ਸੰਯੁਕਤ ਸਮਾਜ ਮੋਰਚਾ, ਇਹਨੂੰ ਇੱਕ ਵਾਰੀ ਸਮਾਂ ਦੇਣਾ ਚਾਹੀਦਾ। ਜਾਣ ਬੁੱਝ ਕੇ ਦੇਖੋ, ਕੇਂਦਰ ਨਾਲ ਤਾਂ ਲੜਾਈ ਸੀ, ਉਹਨੇ ਹੁਣ ਤੱਕ ਉਹਨਾਂ ਨੂੰ ਸਿੰਬਲ ਵੀ ਨਹੀਂ ਦਿੱਤਾ। ਤੇ ਦੂਸਰੀਆਂ ਪਾਰਟੀਆਂ ਇਹ ਦੇਖੋ ਜੀ ਲੜ ਪਏ ਜੀ, ਲੜਾਉਣ ਵਿੱਚ ਥੋੜਾ ਜਿਹਾ ਪੈਸਾ ਦਿਓ ਕਿਸੇ ਨੂੰ, ਥੋੜੇ ਜਿਹੇ ਆਪਦੇ ਬੰਦੇ ਭੇਜੋ, ਲੜਾਈ ਪਾਉਣ ਦਾ, ਲੜਾਈ ਮਿਟਣੀ ਔਖੀ ਹੁੰਦੀ ਹੈ, ਲੜਾਈ ਪਾਉਣੀ ਕੋਈ ਔਖੀ ਨਹੀਂ ਹੁੰਦੀ। ਇਸ ਕਰਕੇ ਅਸੀਂ ਸੁਹਿਰਦ ਨਹੀਂ ਇਸ ਪਾਸੇ ਕਿ ਪੰਜਾਬ ਦੀ ਡਿਵੈਲਪਮੈਂਟ ਹੋਵੇ। ਨਹੀਂ ਤਾਂ ਅਕਾਲੀ ਦਲ ਚਾਹੁੰਦਾ ਕਿਸਾਨਾਂ ਨੂੰ ਮਿਲਦਾ ਭਾਈ ਆਪਾਂ ਲੜੋ, ਆਪਾਂ ਭਾਈਵਾਲ ਬਣੋ, ਭਾਈਵਾਲ ਬਣ ਕੇ ਤੁਸੀਂ ਵਿੱਚ ਆਓ, ਆਪਾਂ ਸਾਰੇ ਮਿਲ ਕੇ। ਇਹ ਤੇ ਲਿਖਦੇ ਨੇ ਵੱਡੇ ਵੱਡੇ ਬੋਰਡ ਵੀ ਇੱਕ ਮੌਕਾ ਕੇਜਰੀਵਾਲ ਨੂੰ, ਉਹ ਕਹਿੰਦਾ ਆ ਪਾਰਟੀ ਨੂੰ। ਦੂਸਰੇ ਪਾਸੇ ਵੱਡੇ ਵੱਡੇ ਬੋਰਡ ਹੈ ਸੁਖਬੀਰ ਕਰੇਗਾ ਵਿਕਾਸ, ਕਿਉਂ ਨਹੀਂ ਕਹਿੰਦਾ ਅਕਾਲੀ ਦਲ ਕਰੇਗਾ ਵਿਕਾਸ? ਸਹੀ ਹੈ, ਕਿਉਂ ਸੁਖਬੀਰ ਕਰੇਗਾ? ਸੁਖਬੀਰ ਅਕਾਲੀ ਦਲ ਹੈ। ਇਸ ਕਰਕੇ ਇਹ ਤੇ ਸਾਨੂੰ ਗੁੰਮਰਾਹ ਕਰਕੇ ਨਾ ਆਪਣਾ ਪੰਜਾ ਪਾਉਣਾ ਚਾਹੁੰਦੇ ਆ ਵੀ ਇੱਕ ਵਾਰੀ ਸਿੰਘਾਂ ਨੂੰ ਹੱਥ ਪੈ ਜਾਣ, ਫਿਰ ਕਿਹੜੀ ਡਿਵੈਲਪਮੈਂਟ ਤੇ ਕਿਹੜਾ ਵਿਕਾਸ। ਬਿਲਕੁਲ ਬਿਲਕੁਲ। ਤਾਂ ਸਿੰਘ ਸਾਹਿਬ ਜੀ, ਮੈਂ ਖੇਤਰੀ ਪਾਰਟੀ ਕਿਹਾ ਸੀ ਵੀ ਕਿਹੜੀ ਚੰਗੀ ਲੱਗਦੀ, ਤੁਸੀਂ ਕਿਹਾ ਵੀ ਇਹ ਸਾਰੇ ਸਿਰਫ ਘਰ ਭਰਨ ਵਾਲੇ ਹੈਗੇ ਆ। ਤਾਂ ਸਭ ਤੋਂ ਜਿਹੜੀ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ, ਜਿਹੜਾ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹ ਆਪਣੀ ਪਛਾਣ ਕੇਵਲ ਬਾਦਲ ਪਰਿਵਾਰ ਬਣਾ ਚੁੱਕਾ, ਉਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਜਦੋਂ ਉਹਨਾਂ ਦੇ ਸੀਨੀਅਰ ਚਿੱਟੀਆਂ ਬੱਗੀਆਂ ਦਾੜੀਆਂ ਵਾਲੇ ਬਜ਼ੁਰਗ ਜਿਹੜੇ ਸੀਨੀਅਰ ਅਕਾਲੀ ਉਹ ਸਾਰੇ ਛੱਡ ਕਿਸੇ ਨੇ ਵੱਖਰੀ ਪਾਰਟੀ ਬਣਾ ਲਈ, ਕੋਈ ਭਾਜਪਾ ਚੱਲ ਗਿਆ, ਕੋਈ ਕਾਂਗਰਸ 'ਚ ਵੀ ਆ ਗਿਆ, ਕੋਈ ਘਰੇ ਹੀ ਬਹਿ ਗਿਆ, ਹੈ ਨਾ। ਔਰ ਟੋੜੇ ਵਰਗੇ ਪਰਿਵਾਰ ਜਿਹੜੇ ਆ, ਐਡਾ ਵੱਡਾ ਪੰਥ ਦਾ ਸਤਿਕਾਰਯੋਗ ਪਰਿਵਾਰ ਹੋਵੇ, ਉਹ ਭਾਜਪਾ ਨਾਲ ਜਾ ਰਿਹਾ, ਜਿਹੜਾ ਕਿਸਾਨਾਂ ਦੀ ਕਾਤਲ ਪਾਰਟੀ ਕਹੀ ਜਾਂਦੀ ਹੈ। ਤਾਂ ਤੁਹਾਨੂੰ ਕੀ ਜਾਪਦਾ, ਅਕਾਲੀ ਦਲ ਬਾਦਲ ਨੂੰ ਅਜੇ ਵੀ ਜਿਹੜਾ ਹੈਗਾ ਉਹ ਅੰਦਰ ਝਾਤ ਕਰਨੀ ਚਾਹੀਦੀ ਹੈ ਵੀ ਤੁਸੀਂ ਉਹ ਪਾਰਟੀ ਹੋ ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਸ਼ਹੀਦਾਂ ਦੀਆਂ ਹੱਡੀਆਂ ਤੇ ਜਿੰਦੀ ਨਹੀਂ ਰੱਖੀ ਗਈ, ਔਰ ਅੱਜ ਤੁਸੀਂ ਹਰ ਅਟੈਕ ਕਰ ਦਿਓ ਵੀ ਆਰਐਸਐਸ ਨੇ ਕਰਤਾ, ਆਰਐਸਐਸ ਤਾਂ ਤੁਹਾਡੇ ਤੋਂ ਛੋਟੀ ਇੱਕ ਛੋਟੀ ਜਿਹੀ ਜਮਾਤ ਆ, ਔਰ ਉਹ ਤੁਹਾਡੇ ਧਾਮਾਂ ਤੇ ਕਾਮਯਾਬ ਹੋਊਗੀ, ਤੁਹਾਡੇ ਜਿਹੜਾ ਸਿਧਾਂਤਾਂ ਨੂੰ ਮਲੀਆਮੇਟ ਕਰਨ ਤੱਕ ਪਹੁੰਚ ਚੁੱਕੀ ਹੈ, ਤੁਹਾਡੇ ਸਰੂਪ ਨੂੰ ਵਿਗਾੜਿਆ ਉਹਨੇ, ਤੁਹਾਡੀਆਂ ਬਾਣੀ ਦੀਆਂ ਬੇਅਦਬੀਆਂ ਕਰਾਉਣ ਦੇ ਵਿੱਚ ਉਹਦਾ ਯੋਗਦਾਨ। ਇਹ ਗੱਲਾਂ ਇੰਨੀਆਂ ਸਾਹਮਣੇ ਆਈਆਂ, ਤਾਂ ਅਕਾਲੀ ਦਲ ਬਾਦਲ ਨੂੰ ਅੰਤਰ ਝਾਤ ਕਰਨੀ ਚਾਹੀਦੀ ਵੀ ਤੁਸੀਂ ਅਕਾਲੀ ਦਲ ਤੋਂ ਅਕਾਲੀ ਦਲ ਬਾਦਲ ਕਿਵੇਂ ਬਣੇ, ਜੇ ਬਚਾਉਣਾ ਪੰਜਾਬ ਨੂੰ। ਉਹ ਕਹਿੰਦੇ ਵੀ ਅਸੀਂ ਬਚਾਵਾਂਗੇ, ਦਿੱਲੀ ਵਾਲਿਆਂ ਦੀ ਨਹੀਂ ਲੋੜ, ਟੋਪੀ ਵਾਲਿਆਂ ਦੀ ਨਹੀਂ ਲੋੜ, ਕਾਂਗਰਸ ਨੇ ਮੁੰਡੇ ਮਾਰੇ ਆ, ਠੀਕ ਹੈ ਗੱਲਾਂ ਉਹਨਾਂ ਦੀਆਂ, ਪਰ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ, ਬਾਬਲ ਕਲਾਂ 'ਚ ਅੱਜ ਵੀ ਸਿੱਖ ਬੈਠੇ ਹੋਏ ਵੀ ਸਾਡੇ 2 ਤੁਸੀਂ ਮਾਰੇ ਆ, ਔਰ ਸੁਮੇਧ ਸੈਣੀ ਨੂੰ ਡੀਜੀਪੀ ਉਹਨਾਂ ਨੇ ਲਾਇਆ। ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਅਸੀਂ ਵੀ ਇਹ ਕਹਿੰਦੇ ਹਾਂ ਕਿ ਸਾਨੂੰ ਕੋਈ ਦਿੱਲੀ ਦਾ ਭਈਆ ਆ ਕੇ ਕਵੇ ਮੈਂ ਤੁਹਾਨੂੰ ਰਾਜ ਕਰਨਾ ਸਿਖਾਊਂਗਾ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਅਕਾਲੀ ਫੂਲਾ ਸਿੰਘ ਦੇ, ਬਾਬਾ ਬਕੇਲ ਸਿੰਘ ਦੇ, ਬਾਬਾ ਸ਼ਾਮ ਸਿੰਘ ਦੇ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ। ਅਸੀਂ ਰਾਜ ਲੈਣਾ ਵੀ ਜਾਣਦੇ ਹਾਂ, ਕਰਨਾ ਵੀ ਜਾਣਦੇ ਹਾਂ। ਕੋਈ ਕੇਜਰੀਵਾਲ ਕਿਸੇ ਨੂੰ ਰਾਜ ਸਿਖਾਊਗਾ ਮੈਂ ਤਾਂ ਤੁਹਾਨੂੰ ਦੱਸਦਾ ਮਾਡਲ ਕੀ ਹੁੰਦਾ, ਇਹਦੀ ਲੋੜ ਨਹੀਂ। ਪਰ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਬਹੁਤ ਵੱਡੇ ਦਮਗਜੇ ਮਾਰਦਾ ਹੈ, ਉਹ ਉਸ ਪਾਰਟੀ ਨਾਲ ਕੱਲ੍ਹ ਉਹਨੇ ਅਲਾਇੰਸ ਕੀਤਾ ਹੈ, ਜਿਹੜੀ ਆਰਐਸਐਸ, ਜਿਹੜੀ ਸ਼ਿਵ ਸੈਨਾ ਹੈ। ਇਹਨਾਂ ਮੈਂ ਮਾਫੀ ਚਾਹੁੰਦਾ ਸਿੰਘ ਸਾਹਿਬ ਜੀ, 11 ਨਵੰਬਰ 2011 ਨੂੰ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਪੇਸ਼ੀ ਤੇ ਆਏ ਮੋਹਾਲੀ ਕੋਰਟ ਦੇ ਵਿੱਚ, ਨਿਸ਼ਾਂਤ ਸ਼ਰਮਾ ਸ਼ਿਵ ਸੈਨਾ ਵਾਲੇ ਨੇ ਭਾਈ ਸਾਹਿਬ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਔਰ ਇੱਕ ਪਾਸੇ ਅੱਜ ਸਾਰਾ ਅਕਾਲੀ ਦਲ ਸੀਨੀਅਰ ਇੱਥੇ ਆਇਆ, ਇਹਨਾਂ ਮੁੰਡਿਆਂ ਦੀਆਂ ਪੱਗਾਂ ਨੂੰ ਹੱਥ ਪਾਉਣ ਵਾਲਿਆਂ ਨਾਲ ਗਲਵੱਕੜੀਆਂ ਪੈ ਰਹੀਆਂ ਨੇ। ਤੁਹਾਨੂੰ ਇਹ ਦੱਸਣਾ ਚਾਹੁੰਦਾ, ਚਲੋ ਤੁਸੀਂ ਆਪ ਦੱਸਤਾ,
ਭਾਈ ਹਵਾਰਾ ਦੇ ਹਮਲਾ ਕਰਨ ਵਾਲੇ ਸੀ, ਪੇਸ਼ੀ ਦੇ ਉੱਪਰ ਹਮਲਾ ਕਰਨ ਲੱਗੇ, ਉਹ ਤਾਂ ਯੋਧਾ ਸੀ, ਉਹਨੇ ਮਾਰ ਕੇ ਕਿਸਾਨ ਬੰਦਾ ਥੱਲੇ ਸੁੱਟਿਆ, ਤੁਸੀਂ ਵੇਖਿਆ। ਫਿਰ ਇਹਨਾਂ ਚੌਂਕਾਂ ਦੇ ਵਿੱਚ ਸੰਤ ਜਰਨੈਲ ਸਿੰਘ ਦੀਆਂ ਫੋਟੋ ਸਾੜੀਆਂ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਫੋਟੋ ਸਾੜੀਆਂ, ਹਰ ਸਿੱਖੀ ਦੇ ਹਰ ਪਹਿਰੇ ਦੇ ਉੱਪਰ, ਹਰ ਮਸਲੇ ਦੇ ਉੱਪਰ ਹੀ ਉਲਟ ਬੋਲਦੇ ਆ, ਔਰ ਇੰਨਾ ਘਿਨਾਉਣੀ ਸ਼ਬਦਾਂ ਦੇ ਨਾਲ ਬੋਲਦੇ ਆ। ਤੇ ਬੜੀ ਖੁਸ਼ੀ ਮਨਾਈ ਸਰਦਾਰ ਸੁਖਬੀਰ ਸਿੰਘ ਨੇ ਵੀ ਮੇਰੀ ਸ਼ਿਵ ਸੈਨਾ ਦੇ ਨਾਲ ਹੁਣ ਹੋ ਗਈ ਜੀ, ਯਾਰੀ ਪੈ ਗਈ ਮੇਰੀ, ਮੈਂ ਹੁਣ ਸੈਂਟਰ ਲੈਵਲ ਦਾ ਬਣ ਗਿਆ ਤੇ ਇੱਕ ਪਾਸੇ ਖੇਤਰੀ ਪਾਰਟੀ। ਇਸ ਕਰਕੇ ਇਹ ਜਿਹੜੀਆਂ ਗੱਲਾਂ ਛੱਡ ਕੇ ਅਕਾਲੀ ਦਲ ਦੇ ਬੰਦੇ ਜਿਹੜੇ ਭੱਜੇ, ਜਿਹੜੇ ਜਾ ਰਹੇ ਆ ਰੁੱਸ ਕੇ, ਦੁਖੀ ਹੋ ਕੇ, ਭਾਵੇਂ ਉਹ ਢੀਂਡਸਾ ਹੋਵੇ, ਭਾਵੇਂ ਉਹ ਰਵਿੰਦਰ ਹੋਵੇ, ਭਾਵੇਂ ਹੋਰ ਬਹੁਤ ਸਾਰੇ, ਮੈਂ ਕਿਹਦਾ ਨਾਂ ਲਵਾਂ, ਤਲਵੰਡੀ ਪਰਿਵਾਰ ਹੋਵੇ, ਜਿਹੜੇ ਇੱਥੇ ਲੋਹ ਪੁਰਸ਼ ਮੰਨੇ ਜਾਂਦੇ ਸੀ ਅਕਾਲੀ ਦਲ ਦੇ ਵਿੱਚ, ਉਹ ਅੱਜ ਕਿਉਂ ਰੁੱਸ ਗਏ? ਕਦੇ ਤਾਂ ਬੈਠੋ, ਕਦੇ ਤਾਂ ਬੈਠ ਕੇ ਗੱਲ ਕਰੋ। ਹੁਣ ਕੁੰਡਾ ਪਾਲਿਆ ਅਕਾਲ ਤਖਤ ਸਾਹਿਬ ਵੀ ਜੋ ਹਾਂਜੀ ਅਕਾਲੀ ਦਲ ਨੂੰ ਚੰਗਾ ਲੱਗੇ ਉਹ ਕਹਿ ਦਿਓ, ਉਹ ਸ਼੍ਰੋਮਣੀ ਕਮੇਟੀ ਕਹਿ ਦੇਵੇ, ਇੰਨੇ ਦੇ ਨਾਲ ਦੇਖੋ ਬੰਦਾ ਖੁਸ਼ ਤਾਂ ਹੋ ਜਾਊਗਾ। ਪਰ ਜਿਹੜਾ ਨਿਘਾਰ ਆ ਰਿਹਾ ਉਹ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਵਾਲੇ ਜਿਹੜੇ 10 ਮਾਰਚ ਨੂੰ ਰਿਜ਼ਲਟ ਆਉਣੇ ਆ, ਇਹ ਤੁਹਾਨੂੰ ਅਕਾਲੀ ਦਲ ਵਾਸਤੇ, ਅਕਾਲੀ ਦਲ ਦੀ ਬਣਤਰ ਵਾਸਤੇ, ਅਕਾਲੀ ਦਲ ਦੀ ਬੁਨਿਆਦ ਵਾਸਤੇ ਤੁਹਾਨੂੰ ਹੋਰ ਵੀ ਨਿਰਾਸ਼ ਕਰੂਗਾ। ਬਿਲਕੁਲ। ਤੁਹਾਨੂੰ ਜਾਪਦਾ ਵੀ ਜੇ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੁਸੀਂ ਵੀ ਗੱਲ ਕੀਤੀ ਹੈ, ਸਿੰਘ ਸਾਹਿਬ ਵੀ ਇੱਥੇ ਆਏ ਸੀਗੇ, ਰਾਜੋਆਣਾ ਸਾਹਿਬ ਨੇ ਵੀ ਸਟੇਜ ਤੇ ਗੱਲ ਅਕਾਲੀ ਦਲ ਬਾਦਲ ਦੀ ਕੀਤੀ, ਉਹ ਕਹਿੰਦੇ ਵੀ ਇਹਨਾਂ ਨੂੰ ਵੋਟ ਪਾਓ, ਤਾਂ ਇੱਕ ਕੌਮੀ ਸ਼ਹੀਦ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੰਦਾ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ, ਉਹ ਅਕਾਲੀ ਦਲ ਵਾਸਤੇ ਜਿਹੜਾ ਹੈ ਚੋਣ ਦੀ ਮੰਗ ਕਰ ਰਿਹਾ, ਤਾਂ ਇਹਦਾ ਪ੍ਰਭਾਵ ਜਿਹੜੀ ਪੰਥਕ ਜਿਹੜੀ ਸਾਡੀ ਸਿਆਸਤ ਹੈਗੀ ਉਹਨਾਂ ਤੇ ਕਿਸ ਤਰ੍ਹਾਂ ਦਾ ਪਊਗਾ? ਦੇਖੋ, ਉਹਨੇ ਐਂ ਨਹੀਂ ਕਿਹਾ ਵੀ ਅਕਾਲੀ ਦਲ ਬਾਦਲ ਨੂੰ ਤੁਸੀਂ ਵੋਟ ਪਾਓ, ਉਹਨੇ ਕਿਹਾ ਵੀ ਅਕਾਲੀ ਜਿਹੜਾ ਨਾ, ਅਕਾਲੀ ਅਕਾਲ ਪੁਰਖ ਦੀ ਫੌਜ ਹੈ, ਅਸੀਂ ਸਾਰੇ ਅਕਾਲੀ ਆ, ਅਕਾਲੀ ਜੰਮੇ ਸੀ, ਅਕਾਲੀ ਮਰਾਂਗੇ, ਉਹਦੀ ਭਾਵਨਾ ਹੈ। ਮੈਂ ਇਹ ਸਮਝਦਾ ਹੈ ਕਿ ਅੱਜ ਤੋਂ 28 ਸਾਲ ਪਹਿਲਾਂ ਜਦੋਂ ਰਾਜੋਆਣਾ ਬਾਹਰ ਸੀ, ਉਹਨੇ ਜਿਹੜੇ ਅਕਾਲੀ ਵੇਖੇ ਸੀ, ਜਿਹੜੇ ਉਹਨੇ ਅਕਾਲੀ ਸੁਣੇ ਸੀ, ਜਿਹੜਾ ਇਤਿਹਾਸ ਪੜ੍ਹਿਆ ਸੀ, ਉਹ ਰੰਗਿਆ ਪਿਆ ਉਸ ਗੱਲ ਦੇ ਵਿੱਚ। ਉਹਦੀ ਆਪ ਸਪੀਚ ਸੁਣ ਕੇ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਕੀ ਦਾੜੀਆਂ ਬੰਨੀਆਂ ਵਾਲੇ, ਦਾੜੀਆਂ ਰੰਗੀਆਂ ਵਾਲੇ, ਦਾੜੀਆਂ ਕੱਟੀਆਂ ਵਾਲੇ ਬੇਅਮਰਤ ਕੀ ਅਕਾਲੀ ਹੈ? ਅੱਜ ਅਕਾਲੀ ਦਲ ਕਿੱਥੇ ਹੈ ਜਿਹਦੀਆਂ ਉੱਪਰ ਦੀ ਕਿਰਪਾਨਾਂ ਹੋਣ, ਗਲ ਵਿੱਚ ਪਰਨਾ ਹੋਵੇ, ਵੱਡੀ ਸ੍ਰੀ ਸਾਹਿਬ ਫੜੀ ਹੋਵੇ, ਤੁਰਿਆ ਜਾਂਦਾ ਦੇਸੇ ਵੀ ਅਕਾਲੀ ਹੈ, ਰੱਜ ਜਾਣਾ। ਉਹਨਾਂ ਅਕਾਲੀਆਂ ਦੀ ਗੱਲ ਕਰਦਾ ਹੈ ਵੀ ਜਿਹੜਾ ਅਕਾਲੀ ਕਰਚਲ ਗੁਰੂ ਸਾਹਿਬ ਨੇ ਸਿਰਜਿਆ ਸੀ, ਜਿਹੜਾ ਅਕਾਲੀ ਦਲ 1920 ਚ ਬਣਿਆ ਸੀ, ਜਿਹੜਾ ਕੁਰਬਾਨੀਆਂ ਦੇ ਰਸਤੇ ਤੁਰਨ ਵਾਲਾ ਅਕਾਲੀ ਦਲ ਸੀ, ਅੱਜ ਜੀਨ ਕਲਚਰ ਦੇ ਵਿੱਚੋਂ ਕੋਈ ਮਸਲਾ ਖੜਾ ਹੋ ਜੇ, ਅੱਜ ਕੋਈ ਅਕਾਲੀ ਦਲ ਜੇਲ੍ਹ ਭਰ ਸਕਦਾ? ਕੌਣ ਜਾਊਗਾ ਜੇਲ੍ਹ? ਇਸ ਵਾਸਤੇ ਇਹ ਅੰਮ੍ਰਿਤਧਾਰੀਆਂ ਤੋਂ ਨਫ਼ਰਤ ਕਰਨ ਲੱਗੇ, ਇਹਨੂੰ ਸਮਝ ਲੱਗੇ ਵੀ ਇਹ ਅੰਮ੍ਰਿਤਧਾਰੀ ਖਾੜਕੂ ਹੁੰਦੇ ਆ। ਇਹਨਾਂ ਨੇ ਕਲਚਰ ਹੀ ਵਿਗਾੜਤਾ। ਇਸ ਵਾਸਤੇ ਅੱਜ ਭਾਈ ਰਾਜੋਆਣੇ ਦੀ ਸਪੀਚ ਸੁਣ ਕੇ, ਇਹ ਤਾਂ ਮੀਡੀਆ ਤੇ ਚਲੀ ਜਾਣੀ, ਹਰ ਇੱਕ ਬੰਦੇ ਕੋਲ ਚਲ ਜਾਣੀ ਆ, ਇਹਨਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਤੇ ਤੁਰੰਤ ਜਿਹੜੇ ਇਹਨਾਂ ਦੀ ਪਾਰਟੀ ਚੋਂ ਛੱਡ ਕੇ ਵੱਖ-ਵੱਖ ਥਾਵਾਂ ਤੇ ਚੰਗੇ ਸੀਨੀਅਰ ਅਕਾਲੀ, ਸਿਆਣੇ ਅਕਾਲੀ ਛੱਡ ਕੇ ਚਲੇ ਗਏ, ਉਹਨਾਂ ਦੇ ਘਰੀਂ ਜਾਣ, ਉਹਨਾਂ ਨੂੰ ਵਾਪਸ ਲਿਆਉਣ, ਇਕੱਠੇ ਕਰਨ ਤੇ ਅਕਾਲੀ ਦਲ ਦੀ ਬਣਤਰ ਉਹੋ ਜਿਹੀ ਬਣਾਉਣ ਜਿਹੜੀ ਸੰਤ ਫਤਿਹ ਸਿੰਘ ਵੇਲੇ ਸੀਗੀ। ਜੀ ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ ਜੀ। ਇਹ ਸਨ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਤਾਂ ਅਕਾਲੀ ਦਲ ਬਾਦਲ ਜਿਹੜਾ ਹੈਗਾ ਉਹ ਆਪਣਾ ਵਜੂਦ ਬਚਾਉਣ ਦੀ ਖਾਤਰ ਬਹੁਤ ਸਾਰੇ ਦਾਅਵੇ ਪੇਸ਼ ਕਰਦਾ। ਹਰ ਇੱਕ ਸਿਆਸੀ ਪਾਰਟੀ ਨੂੰ ਇਹ ਅਧਿਕਾਰ ਹੈ, ਉਹ ਦਾਅਵੇ ਕਰ ਸਕਦਾ ਹੈ, ਉਹ ਲੋਕਾਂ ਨੂੰ ਵਾਅਦੇ ਕਰ ਸਕਦਾ ਹੈ, ਉਹ ਪੇਸ਼ਕਾਰੀਆਂ ਕਰ ਸਕਦਾ, ਪਰ ਜ਼ਮੀਨੀ ਹਕੀਕਤਾਂ ਔਰ ਇਤਿਹਾਸ ਨੂੰ ਜਦੋਂ ਅਸੀਂ ਬਰਾਬਰ ਰੱਖਦੇ ਹਾਂ, ਅਕਾਲੀ ਦਲ ਦਾ ਇਤਿਹਾਸ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਪੰਜਾਬੀ ਸੂਬਾ ਮੋਰਚਾ, ਇੱਕ ਪਾਸੇ ਉਹ ਔਰ ਇੱਕ ਪਾਸੇ ਆ ਜਦੋਂ ਇਹਨਾਂ ਸਿੱਖ ਜਿਹੜੇ ਕੈਦੀ ਹੈਗੇ, ਇਹਨਾਂ ਦੀਆਂ ਰਿਹਾਈਆਂ ਮੌਕੇ, ਇਹਨਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਵਾਲੇ ਨਿਸ਼ਾਂਤ ਸ਼ਰਮੇ ਵਰਗੇ, ਉਹ ਉਹਨਾਂ ਦੀਆਂ ਜਿਹੜੀਆਂ ਧਿਰਾਂ ਹੈਗੀਆਂ ਨੇ, ਕੋਈ ਸ਼ਿਵ ਸੈਨਾ ਹੈ ਜਾਂ ਕੋਈ ਹੋਰ ਆ, ਉਹਨਾਂ ਨਾਲ ਗਠਬੰਧਨ ਜਿਹੜੇ ਆ, ਉਹ ਸਿੰਘ ਸਾਹਿਬ ਜਸਵੀਰ ਸਿੰਘ ਨੇ ਕਿਹਾ ਵੀ ਉਹ ਅਕਾਲੀ ਦਲ ਨੂੰ ਸ਼ੋਭਦੇ ਨਹੀਂ ਹੈਗੇ। ਉਹ ਇੱਕ ਅਜਿਹੇ ਚਿਹਰਿਆਂ ਮੋਹਰਿਆਂ ਨੂੰ ਅੱਗੇ ਲੈ ਕੇ ਆਉਣ, ਹੱਥਾਂ 'ਚ ਦਸਤਾਰਾਂ ਹੋਣ, ਸਿਰ 'ਤੇ ਦਸਤਾਰਾਂ ਹੋਣ, ਹੱਥਾਂ ਜਿਹੜੇ ਹੈਗੇ ਆ ਉਹ ਨਿਸ਼ਾਨ ਹੋਣ, ਜਿਹੜਾ ਗਾਤਰੇ ਕਿਰਪਾਨਾਂ ਹੋਣ। ਕੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਨੂੰ ਮੌਕਾ ਦੇਵੇਗਾ ਜਾਂ ਗਠਬੰਧਨ ਜਿਹੜੇ ਹੈਗੇ ਆ ਵੋਟ ਲਾਲਚ ਦੇ ਵਿੱਚ ਉਸ ਤਰ੍ਹਾਂ ਦਾ ਹੀ ਕਰੇਗਾ ਜਿੰਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਸਕਦਾ? ਦੇਖਦੇ ਰਹੋ KTV UK।